ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ। ਸ੍ਰੀ ਨਾਨਕ ਤੇ ਆਦਿ ਲੈ ਦਸਵੇਂ ਗੁਰ ਪਰਯੰਤ ਬਾਰੰਬਾਰ ਮਮ ਬੰਦਨਾ ਸਾਹਿਬ ਸ੍ਰੀ ਗੁਰੂ ਗ੍ਰੰਥ ਜੁਗੋ ਜੁਗ ਅਟਲ। ਸ਼ਬਦ ਗੁਰੂ ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਹਜ਼ੂਰ ਦੇ ਚਰਨਾਂ ਦੇ ਵਿੱਚ ਜੁੜ ਬੈਠੀ ਗੁਰੂ ਸਵਾਰੀ ਗੁਰੂ ਖਾਲਸਾ ਸਾਧ ਸੰਗਤ ਜੀਓ, ਧੰਨਤਾ ਦੇ ਯੋਗ ਹੋ ਜੋ ਨਿਤਾ ਪ੍ਰਤੀ ਸਤਿਗੁਰੂ ਸਾਹਿਬ ਜੀ ਮਹਾਰਾਜ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨਾਂ ਵਿੱਚ ਜੁੜ ਕਰਕੇ ਆਪਣੇ ਮਨੁੱਖੀ ਜੀਵਨ ਨੂੰ ਸਫਲਾ ਬਣਾਉਂਦੇ ਹੋ। ਸੋ ਅੱਜ ਸੰਗਤ ਜੀ ਵਿਸ਼ੇਸ਼ ਕਰਕੇ ਜਿੱਥੇ ਸੰਗਰਾਂਦ ਦਾ ਦਿਹਾੜਾ ਹੈ, ਸੋ ਉੱਥੇ ਨਾਲ ਹੀ ਜੋ ਅੱਜ ਦਾ ਦਿਨ ਹੈ ਸਿੱਖ ਪੰਥ ਦੇ ਵਿੱਚ ਇਤਿਹਾਸ ਦੇ ਵਿੱਚ ਇੱਕ ਬੜਾ ਹੀ ਵਿਸ਼ੇਸ਼ ਅਤੇ ਵਿਲੱਖਣਤਾ ਰੱਖਣ ਵਾਲਾ ਦਿਨ ਹੈ। ਸਤਿਗੁਰੂ ਸਾਹਿਬ ਜੀ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਜੀਵਨ ਕਾਲ ਦੇ ਅੰਦਰ ਜਿਸ ਵੇਲੇ ਸੱਚੇ ਪਾਤਸ਼ਾਹ ਜੀ ਮਹਾਰਾਜ ਹਜ਼ੂਰ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸੰਗਤ ਜੀ ਸ੍ਰੀ ਅਨੰਦਪੁਰ ਸਾਹਿਬ ਦੇ ਵਿੱਚ ਬਿਰਾਜੇ ਨੇ, ਮਹਾਰਾਜ ਸੱਚੇ ਪਾਤਸ਼ਾਹ ਜੀਆਂ ਦੇ ਜੋ ਬਚਨ ਨੇ, ਜਾਤ ਗੋਤ ਤਿਨ ਕੀ ਨਾਹੀ ਸਰਦਾਰੀ ਨਾ ਭਈ, ਰਾਹੀ ਇਨਹੀ ਕੋ ਸਰਦਾਰ ਬਣਾਉ, ਤਵੈ ਗੋਬਿੰਦ ਸਿੰਘ ਨਾਮ ਕਹਾਉ। ਜੋ ਸਦੀਆਂ ਤੋਂ ਸੰਗਤ ਜੀ ਭਾਰਤ ਵਰਸ਼ ਕਦੇ ਕਿਸੇ ਦੇ ਗੁਲਾਮੀ ਦੇ ਵਿੱਚ, ਜੋ ਕਦੇ ਕਿਸੇ ਦੇ ਪੈਰਾਂ ਦੇ ਵਿੱਚ ਇਹ ਦੇਸ਼ ਰੁਲਦਾ ਸੀ, ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਇਸ ਦੇਸ਼ ਨੂੰ ਸੁਤੰਤਰ ਕਰਨ ਵਾਸਤੇ, ਇਸ ਨੂੰ ਆਜ਼ਾਦ ਕਰਾਉਣ ਵਾਸਤੇ, ਇੱਥੋਂ ਦੇ ਲੋਕਾਂ ਦੇ ਹੱਕ ਦਿਵਾਉਣ ਵਾਸਤੇ ਹਜ਼ੂਰ ਸੱਚੇ ਪਾਤਸ਼ਾਹ ਜੀਆਂ ਦਾ ਆਗਾਜ਼ ਹੋਇਆ। ਮਹਾਰਾਜ ਨੇ ਖਾਲਸਾ ਪੰਥ ਦੀ ਫੌਜ ਸਾਜੀ। ਸੁਰਹੁ ਵਿਚਾਰ ਸਤਿਗੁਰੂ ਸੰਗਤ ਜਿੱਥੇ ਆਪ ਭਾਈ ਨੰਦ ਲਾਲ ਜੀ ਕਹਿੰਦੇ ਨੇ, ਬਾਦਸ਼ਾਹ ਹੱਕ ਆਦੇਸ਼ ਗੁਰੂ ਗੋਬਿੰਦ ਸਿੰਘ ਬਾਦਸ਼ਾਹ ਦਰਵੇਸ਼, ਗੁਰੂ ਗੋਬਿੰਦ ਸਿੰਘ ਕੇ ਨਾਲ ਜਿੱਥੇ ਮਹਾਰਾਜ ਜੀ ਦਰਵੇਸ਼ ਨੇ ਉੱਥੇ ਬਾਦਸ਼ਾਹ ਵੀ ਨੇ। ਸਤਿਗੁਰੂ ਜੀ ਆਪ ਨੇ ਸੀਸ ਉੱਪਰ ਕਲਗੀ ਸਜਾਉਂਦੇ ਨੇ, ਘੋੜੇ 'ਤੇ ਸਵਾਰੀ ਕਰਦੇ ਨੇ, ਮਹਾਰਾਜ ਦੇ ਦਰਬਾਰ ਵਿੱਚ ਨਗਾਰੇ ਵੱਜਦੇ ਨੇ। ਸੋ ਇਹ ਸੰਗਤ ਜੀ ਗੁਰੂ ਨਾਨਕ ਦੇ ਘਰ ਦੀ ਸ਼ੋਭਾ ਪਹਾੜੀ ਰਾਜਿਆਂ ਤੋਂ ਅਤੇ ਉਸ ਸਮੇਂ ਦੇ ਹਿੰਦੁਸਤਾਨ ਦਾ ਬਾਦਸ਼ਾਹ ਜੋ ਔਰੰਗਜ਼ੇਬ, ਉਹ ਤੋਂ ਜਰੀ ਨਾ ਜਾਵੇ। ਜਿਵੇਂ ਕਹਾਵਤ ਹੈ ਕਿ ਚੜ੍ਹਦਾ ਸੂਰਜ ਵੇਖ ਕੇ ਉੱਲੂ ਘਬਰਾਵੇ, ਸੂਰਜ ਦੀ ਨਿਆਈ ਸਤਿਗੁਰੂ ਜੀ ਵੱਲ ਵੇਖ ਕਰਕੇ, ਗੁਰੂ ਨਾਨਕ ਦੇ ਦਰ ਦਾ ਤੇਜ ਪ੍ਰਤਾਪ ਵੇਖ ਕੇ ਪਹਾੜੀ ਰਾਜੇ ਸਤਿਗੁਰੂ ਦੇ ਨਾਲ ਜੈਲਸ ਕਰਨ ਲੱਗ ਪਏ, ਈਰਖਾ ਕਰਨ ਲੱਗ ਪਏ। ਤਾਂ ਸੰਗਤ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦਵੈਸ਼ ਦੇ ਵਿੱਚ ਆ ਕਰਕੇ ਪਹਾੜੀ ਰਾਜਿਆਂ ਨੇ ਅਤੇ ਸਮੇਂ ਦੇ ਬਾਦਸ਼ਾਹ ਔਰੰਗਜ਼ੇਬ ਨੇ ਆਪਣੀਆਂ ਫੌਜਾਂ ਦੇ ਨਾਲ ਸ੍ਰੀ ਅਨੰਦਪੁਰ ਸਾਹਿਬ ਨੂੰ ਲੰਮਾ ਸਮਾਂ ਘੇਰਾ ਪਾਇਆ। ਲੰਮਾ ਸਮਾਂ ਜੰਗ ਚੱਲਿਆ। ਹੁਣ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਆਕਾਸ਼ ਦੀ ਨਿਆਈ ਵਿਆਪਕ ਨੇ। ਜਿਵੇਂ ਸੰਗਤ ਜੀ ਕੋਈ ਆਕਾਸ਼ ਨੂੰ ਫੜ ਨਹੀਂ ਸਕਦਾ,
ਇਸੇ ਤਰ੍ਹਾਂ ਹੁਣ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਨੂੰ ਕੌਣ ਫੜ ਸਕਦਾ ਹੈ? ਜਿਵੇਂ ਆਕਾਸ਼ ਹਰ ਜਗ੍ਹਾ 'ਤੇ ਵਿਆਪਕ ਹੈ, ਸਤਿਗੁਰੂ ਜੀ ਵੀ ਇਉਂ ਵਿਆਪਕ ਨੇ। ਜਿਸ ਵੇਲੇ ਸੰਗਤ ਜੀ ਬਹੁਤ ਸਮਾਂ ਲੰਮਾ ਯੁੱਧ ਚੱਲਿਆ, ਸਰਕਾਰ ਨੇ ਮਨ ਵਿੱਚ ਵਿਚਾਰ ਕੀਤੀ, ਆਪਣੇ ਅਹਿਲਕਾਰਾਂ ਨੂੰ ਸੱਦਿਆ ਕਿ ਦੇਸ਼ ਦੇ ਵਿੱਚ ਸਰਕਾਰ ਦੀ ਊਣਤਾ ਦਾ, ਸਰਕਾਰ ਦੀ ਹੀਨਤਾ ਦਾ, ਕਮਜ਼ੋਰੀ ਦਾ ਪ੍ਰਜਾ ਨੂੰ ਪਤਾ ਲੱਗ ਪਵੇਗਾ, ਕਿਉਂਕਿ ਆਪਣੀ ਸਤਿਗੁਰੂ ਜੀ ਆਪਣੇ ਵਾਸਤੇ ਸੱਚੇ ਪਾਤਸ਼ਾਹ ਜੀ ਨੇ, ਪਰ ਉਹ ਸਰਕਾਰ ਦੀ ਨਿਗਾਹ 'ਚ ਮਹਾਰਾਜ ਜੀ ਬਾਗੀ ਨੇ। ਮਹਾਰਾਜ ਜੀ ਨੂੰ ਉਹਨਾਂ ਨੇ ਸੰਗਤ ਜੀ ਇੱਕ ਵਿਅਕਤੀ ਦੀ ਤਰ੍ਹਾਂ ਤੱਕਿਆ ਹੈ। ਤਾਂ ਜਿਸ ਵੇਲੇ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਨੂੰ ਫੜਨ ਵਾਸਤੇ ਇਹਨਾਂ ਤੋਂ ਸੰਗਤ ਜੀ ਫੌਜ ਭੇਜੀ, ਫੌਜ ਤੋਂ ਨਾ ਫੜਿਆ ਗਿਆ, ਲੰਮਾ ਸਮਾਂ ਯੁੱਧ ਚੱਲਿਆ। ਰਹੋ ਵਿਚਾਰ ਉਸ ਵੇਲੇ ਸੰਗਤ ਜੀ ਸਨਾਤਨੀਆਂ ਤੇ ਨੇ ਅਤੇ ਇਸਲਾਮ ਵਾਲਿਆਂ ਨੇ, ਭਾਵ ਪਹਾੜੀ ਰਾਜਿਆਂ ਨੇ ਅਤੇ ਔਰੰਗਜ਼ੇਬ ਨੇ ਮਿਲ ਕੇ ਸੁਲਾਹ ਕੀਤੀ ਕਿ ਸਤਿਗੁਰੂ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਧਾਰਮਿਕ ਗ੍ਰੰਥਾਂ ਦਾ, ਧਰਮਾਂ ਦਾ ਬੜਾ ਸਤਿਕਾਰ ਕਰਦੇ ਨੇ। ਇਹ ਦੂਸਰੇ ਦੇ ਧਰਮ ਵਾਸਤੇ ਜੇਕਰ ਇਹਨਾਂ ਦੇ ਪਿਤਾ ਆਪਣਾ ਸਰੀਰ ਦਾ ਬਲੀਦਾਨ ਦੇ ਸਕਦੇ ਨੇ ਤਾਂ ਇਹ ਧਰਮਾਂ ਦਾ ਬਹੁਤ ਸਤਿਕਾਰ ਕਰਦੇ ਨੇ। ਉਸ ਵੇਲੇ ਸੰਗਤ ਜੀ ਰਹੋ ਵਿਚਾਰ ਪਹਾੜੀ ਰਾਜਿਆਂ ਨੇ ਅਤੇ ਇਸਲਾਮ ਵਾਲੇ ਔਰੰਗਜ਼ੇਬ ਨੇ ਇੱਕ ਗਊ ਆਟੇ ਦੀ ਬਣਾ ਕੇ ਇਹ ਵਿੱਚ ਕੁਰਾਨ ਸ਼ਰੀਫ ਰੱਖ ਕੇ ਧਾਰਮਿਕ ਗ੍ਰੰਥ ਪ੍ਰੋਹਤ ਨੂੰ ਅਤੇ ਕਾਜੀ ਨੂੰ ਸਤਿਗੁਰਾਂ ਦੇ ਕੋਲ ਭੇਜਿਆ। ਜਿਸ ਵੇਲੇ ਹਜ਼ੂਰ ਸੱਚੇ ਪਾਤਸ਼ਾਹ ਜੀ ਸ੍ਰੀ ਅਨੰਦਪੁਰ ਸਾਹਿਬ ਕਿਲ੍ਹੇ ਦੇ ਵਿੱਚ ਨੇ, ਜਿਸ ਵੇਲੇ ਸੰਗਤ ਜੀ ਇਹ ਦੋਨੇ ਦੂਤ ਮਹਾਰਾਜ ਦੇ ਕੋਲ ਗਏ, ਸੱਚੇ ਪਾਤਸ਼ਾਹ ਜੀ ਨੂੰ ਕਹਿਣ ਲੱਗੇ ਕਿ ਬਾਦਸ਼ਾਹ ਦੇ ਵੱਲੋਂ ਹੁਕਮ ਹੈ ਅਤੇ ਪਹਾੜੀ ਰਾਜਿਆਂ ਦੇ ਵੱਲੋਂ ਹੁਕਮ ਹੈ। ਮਹਾਰਾਜ ਜੀ ਕਹਿੰਦੇ ਹੁਕਮ ਤੇ ਭਾਈ ਅਸੀਂ ਅਕਾਲ ਪੁਰਖ ਦਾ ਮੰਨਦੇ ਹਾਂ। ਤਾਂ ਉਸ ਵੇਲੇ ਸੰਗਤ ਜੀ ਰਹੋ ਵਿਚਾਰ, ਸਵਾਲ ਜਵਾਬ ਹੋਈ ਗਏ। ਤਾਂ ਜਿਹੜੇ ਦੂਤ ਸਨ ਉਹਨਾਂ ਨੇ ਕਿਹਾ ਮਹਾਰਾਜ ਬਾਦਸ਼ਾਹ ਚਾਹੁੰਦਾ ਕਿ ਤੁਸੀਂ ਕਿਲ੍ਹਾ ਖਾਲੀ ਕਰਕੇ ਚਲੇ ਜਾਓ, ਤੁਹਾਨੂੰ ਅਤੇ ਤੁਹਾਡੇ ਸਿੰਘਾਂ ਨੂੰ ਕੁਝ ਨਹੀਂ ਕਿਹਾ ਜਾਵੇਗਾ। ਇਹਦੇ ਨਾਲ ਸਰਕਾਰ ਦੀ ਬਹੁਤ ਹਾਨੀ ਹੁੰਦੀ ਹੈ, ਸਰਕਾਰ ਦੀ ਕਮਜ਼ੋਰੀ ਪ੍ਰਗਟ ਹੁੰਦੀ ਹੈ। ਮਹਾਰਾਜ ਜੀ ਸੰਗਤ ਜੀ ਜਿਸ ਵੇਲੇ ਹਜ਼ੂਰ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਸਰਕਾਰ ਦੀ ਖੋਟੀ ਨੀਤੀ ਤੋਂ ਜਾਣੂ ਸਨ, ਕਿਉਂਕਿ ਮਹਾਰਾਜ ਖੁਦ ਅਕਾਲ ਪੁਰਖ ਨੇ, ਸਭ ਦੇ ਦਿਲਾਂ ਦੀਆਂ ਜਾਣਨ ਵਾਲੇ ਨੇ। ਤਾਂ ਉਸ ਵੇਲੇ ਸੰਗਤ ਜੀ ਕੁਝ ਸਿੰਘਾਂ ਨੇ ਮਾਤਾ ਗੁਜਰ ਕੌਰ ਜੀ ਕੋਲ ਜਾ ਕੇ ਬੇਨਤੀ ਕੀਤੀ, ਕਿਉਂਕਿ ਸਤਿਗੁਰੂ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜਿਸ ਵੇਲੇ ਕਿਸੇ ਵੀ ਮੁਹਿੰਮ 'ਤੇ ਜਾਣਾ ਹੁੰਦਾ, ਚਾਹੋ ਸਤਿਗੁਰੂ ਜੀ ਸ਼ਾਮਾਂ ਨੂੰ ਸ਼ਿਕਾਰ ਖੇਡ ਕੇ ਆਉਂਦੇ, ਸਭ ਤੋਂ ਪਹਿਲਾਂ ਮਾਤਾ ਗੁਜਰ ਕੌਰ ਜੀ ਨੇ ਜਾ ਕੇ ਚਰਨਾਂ ਨੂੰ ਸਪਰਸ਼ ਕਰਦੇ, ਮਾਤਾ ਜੀ ਦੇ ਚਰਨਾਂ 'ਤੇ ਨਮਸਕਾਰ ਕਰਦੇ, ਮਾਤਾ ਦਾ ਸਤਿਕਾਰ ਕਰਦੇ। ਅਤੇ ਕਈ ਵਾਰੀ ਸਿੰਘ ਮਾਤਾ ਜੀਆਂ ਕੋਲ ਜੇਕਰ ਕੋਈ ਕਾਰਜ ਕਰਵਾਉਣਾ ਹੁੰਦਾ ਤਾਂ ਮਾਤਾ ਗੁਜਰ ਕੌਰ ਜੀ ਨੂੰ ਕਹਿ ਕੇ ਸੰਗਤ ਦੇ ਸਤਿਗੁਰਾਂ ਤੋਂ ਕਾਰਜ ਕਰਵਾਉਂਦੇ। ਰਹੋ ਵਿਚਾਰ ਸਤਿਗੁਰੂ ਨੇ ਉਹਨਾਂ ਦੂਤਾਂ ਨੂੰ ਇਨਕਾਰ ਕਰਤਾ, ਅਸੀਂ ਕਿਲ੍ਹਾ ਨਹੀਂ ਛੱਡਣਾ। ਤਾਂ ਸੰਗਤ ਜੀ ਸਿੰਘਾਂ ਨੇ ਮਾਤਾ ਗੁਜਰ ਕੌਰ ਕੋਲ ਕਿਹਾ ਕਿ ਮਾਤਾ ਜੀ ਹੁਣ ਦੁਸ਼ਮਣ ਦੀ ਫੌਜ ਨੇ ਆਪਣੀ ਈਨ ਮੰਨ ਲਈ, ਭਾਵ ਹਾਰ ਮੰਨ ਲਈ ਹੈ, ਅਤੇ ਸਾਡੇ ਕੋਲ ਕਿਲ੍ਹੇ ਵਿੱਚ ਰਸਤ ਵਸਤ ਨਹੀਂ, ਕਿਉਂਕਿ ਜਿਹੜਾ ਸਰੀਰ ਦਾ ਹੈ ਉਹਦਾ ਧਰਮ ਹੈ ਖਾਣਾ, ਪ੍ਰਸ਼ਾਦੇ ਪਾਣੀ ਤੋਂ ਬਿਨਾਂ ਪ੍ਰਾਣ ਨਹੀਂ ਚੱਲ ਸਕਦੇ। ਤਾਂ ਮਾਤਾ ਜੀ ਨੂੰ ਸੰਗਤ ਸਿੰਘਾਂ ਨੇ ਕਿਹਾ, ਮਾਤਾ ਜੀ ਨੇ ਸਤਿਗੁਰਾਂ ਨੂੰ ਬੇਨਤੀ ਕੀਤੀ ਕਿ ਸਤਿਗੁਰੂ ਮਹਾਰਾਜ ਕਿਲ੍ਹਾ ਛੱਡ ਦੇਵੋ, ਸਿੰਘਾਂ ਦੀ ਬੇਨਤੀ ਹੈ। ਮਹਾਰਾਜ ਜੀ ਕਹਿਣ ਲੱਗੇ ਕਿ ਮਾਤਾ ਜੀ ਇਹਦੇ ਵਿੱਚ ਕੋਈ ਦੁਸ਼ਮਣ ਦੀ ਖੋਟੀ ਨੀਤੀ ਹੈ। ਤਾਂ ਜਿਸ ਵੇਲੇ ਸਿੰਘਾਂ ਨੇ ਅਤੇ ਮਾਤਾ ਜੀ ਨੇ ਹੱਠ ਕੀਤਾ ਤਾਂ ਸਤਿਗੁਰਾਂ ਨੇ ਜਿਹੜੇ ਮਹਾਰਾਜ ਦੇ ਘੋੜੇ ਸਨ ਕੁਝ, ਉਹਨਾਂ ਦੇ ਉੱਪਰ ਸਤਿਗੁਰੂ ਮਹਾਰਾਜ ਨੇ ਟੁੱਟੇ ਫੁੱਟੇ ਗੁਰੂ ਘਰ ਦੇ ਜਿੰਨੇ ਬਰਤਨ ਹੋਰ ਜੋ ਵਿਕਾਰ ਸਮਾਨ ਸੀ ਉਹ ਲੱਦ ਕੇ ਉੱਤੇ ਸੁੰਦਰ ਦੁਸ਼ਾਲੇ ਪਾ ਕੇ ਜਿਸ ਵੇਲੇ ਸੰਗਤ ਜੀ ਕਿਲ੍ਹੇ ਦੇ ਵਿੱਚੋਂ ਬਾਹਰ ਕੱਢਿਆ ਤਾਂ ਇਹ ਥੋੜ੍ਹੀ ਦੂਰ ਹੀ ਮਹਾਰਾਜ ਜੀ ਦਾ ਉਹ ਵਿਕਾਰ ਸਮਾਨ ਗਿਆ ਸੀ,
ਦੁਸ਼ਮਣ ਨੇ ਸਮਝਿਆ ਕਿ ਮਹਾਰਾਜ ਦਾ ਖਜ਼ਾਨਾ ਹੈ, ਲੁੱਟ ਪਏ। ਉਹਨਾਂ ਘੋੜਿਆਂ ਨੂੰ, ਉਹਨਾਂ ਖੱਚਰਾਂ ਨੂੰ ਆਪਣੇ ਤੰਬੂਆਂ ਦੇ ਵਿੱਚ ਲੈ ਪਏ। ਮਹਾਰਾਜ ਜੀ ਮੌਟੀ ਦੇ ਉੱਤੋਂ ਕਿਲੇ ਉੱਪਰੋਂ ਵੇਖ ਰਹੇ ਸਨ। ਖਾਲਸੇ ਨੂੰ ਕਹਿ ਰਹੇ ਸਨ, ਵੇਖੋ ਖਾਲਸਾ ਜੀ, ਜਿਹੜੇ ਦੁਸ਼ਮਣ ਦੀ ਤੁਸੀਂ ਮਿੱਠੀਆਂ ਮਿੱਠੀਆਂ ਬਾਤਾਂ ਦੇ ਉੱਪਰ ਆ ਗਏ ਹੋ, ਇਹ ਦੁਸ਼ਮਣ ਦੀ ਨੀਤੀ ਵੇਖੋ। ਤਾਂ ਉਸ ਵੇਲੇ ਸੰਗਤ ਜੀ ਦੁਬਾਰਾ ਫੇਰ ਯੁੱਧ ਚੱਲਿਆ। ਤਾਂ ਇੱਕ ਵਾਰ ਫੇਰ ਪਹਾੜੀ ਰਾਜੇ ਜਿਸ ਵੇਲੇ ਸਤਿਗੁਰਾਂ ਦੇ ਕੋਲ ਆਏ ਕਿ ਮਹਾਰਾਜ, ਜਿਨ੍ਹਾਂ ਨੇ ਤੁਹਾਡੇ ਖਜ਼ਾਨੇ ਨੂੰ ਲੁੱਟਿਆ ਸੀ, ਅਸੀਂ ਉਹਨਾਂ ਨੂੰ ਸਜ਼ਾ ਦਿੱਤੀ, ਤੁਸੀਂ ਕਿਰਪਾ ਕਰੋ ਕਿਲ੍ਹਾ ਛੱਡ ਜਾਵੋ। ਮਹਾਰਾਜ ਨੇ ਸੰਗਤ ਜੀ ਫੇਰ ਵੀ ਇਨਕਾਰ ਕੀਤੀ। ਤਾਂ ਉਸ ਵੇਲੇ ਦੱਸਦੇ ਨੇ ਕਿ ਕੁਝ ਸਿੰਘਾਂ ਨੇ ਮਾਤਾ ਜੀ ਨੂੰ ਕਿਹਾ, ਮਾਤਾ ਜੀ, ਸਾਥੋਂ ਭੁੱਖ ਦਾ ਦੁੱਖ ਨਹੀਂ ਸਹਿ ਹੁੰਦਾ, ਗੁਰੂ ਸਾਹਿਬ ਨੂੰ ਕਹਿ ਕਿਲ੍ਹਾ ਖਾਲੀ ਕਰਵਾਓ। ਤਾਂ ਮਾਤਾ ਜੀ ਨੇ ਸੰਗਤ ਜੀ ਪਹਿਲਾਂ ਵਾਲੀ ਸਾਰੀ ਨੀਤੀ ਦੱਸੀ। ਤਾਂ ਇਹ ਸਿੰਘਾਂ ਆਪਣੀ ਮਰਜ਼ੀ ਕਰਨ ਲੱਗ ਪਏ, ਕਿਉਂਕਿ ਜਿਹੜਾ ਸਤਿਗੁਰੂ ਦਾ ਸਿੱਖ ਹੁੰਦਾ ਹੈ, ਜਿਹੜਾ ਸੇਵਕ ਹੁੰਦਾ ਹੈ, ਭਾਈ ਗੁਰਦਾਸ ਜੀ ਦੱਸਦੇ ਨੇ 12 ਵਿੱਚ ਉਹਦੀ ਪਰਿਭਾਸ਼ਾ। ਭਾਈ ਜੀ ਕਹਿੰਦੇ, ਮੁਰਦਾ ਹੋਏ ਮੁਰੀਦ ਨਾ ਗੱਲੀ ਹੋਵਣਾ, ਸਾਬਰ ਸਿਦਕ ਸ਼ਹੀਦ ਭਰਮ ਭੋ ਖੋਵਣਾ। ਕਿ ਜਿਹੜਾ ਕਿਸੇ ਦਾ ਮੁਰਸ਼ਿਦ ਦਾ ਕੋਈ ਚੇਲਾ ਹੋਵੇ, ਜਿਹਦਾ ਕੋਈ ਸਿੱਖ ਹੋਵੇ, ਉਹਨੂੰ ਸੰਗਤ ਜੀ ਆਪਣੇ ਗੁਰੂ ਦੇ ਕੋਲ ਰਹਿ ਕੇ ਮੁਰਦੇ ਦੇ ਵਾਂਗੂ ਜੀਵਨ ਬਿਤਾਉਣਾ ਚਾਹੀਦਾ ਹੈ। ਕਿਉਂਕਿ ਮੁਰਦੇ ਨੂੰ ਵੇਖੋ, ਜਿਹੜਾ ਬੰਦਾ ਮਰਿਆ ਹੋਵੇ ਉਹਨੂੰ ਕਿੱਧਰ ਸੁੱਟੀ ਜਾਓ, ਉਹਨੂੰ ਕੋਈ ਮਾੜਾ ਚੰਗਾ ਬਚਨ ਬੋਲੀ ਜਾਓ, ਉਹ 'ਤੇ ਕੋਈ ਅਸਰ ਨਹੀਂ। ਇਸੇ ਤਰ੍ਹਾਂ ਭਾਈ ਗੁਰਦਾਸ ਜੀ ਕਹਿੰਦੇ, ਜਿਹੜਾ ਗੁਰੂ ਦਾ ਸਿੱਖ ਹੋਵੇ ਉਹਦਾ ਜੀਵਨ ਵੀ ਮੁਰਦੀ ਦੀ ਨਿਆਈ ਹੋਣਾ ਹੋਵੇ। ਸੋ ਪਰ ਇਹ ਸੰਗਤ ਸਿੱਖ ਨਹੀਂ ਬਣੇ, ਇਹ ਸਿਖਾਉਣ ਲੱਗ ਪਏ, ਮਹਾਰਾਜ ਨੂੰ ਹੁਕਮ ਕਰਨ ਲੱਗ ਪਏ। ਚਾਕਰ ਲੱਗਾ ਚਾਕਰੀ, ਨਾਲੇ ਗੱਲਾਂ ਬਾਤ, ਗੱਲਾਂ ਕਰੇ ਕਨੇਰੀਆਂ, ਖਸਮ ਨਾ ਪਾਏ ਸਾਧ। ਇਹ ਮਹਾਰਾਜ ਖਸਮ ਗੁਰੂ ਨਾਨਕ ਭਾਵ ਸਭ ਦੇ ਮਾਲਕ ਦੇ ਅੱਗੇ ਆਪਣੀ ਵਡਿਆਈ ਜਣਾਉਣ ਲੱਗ ਪਏ, ਮਹਾਰਾਜ ਨੂੰ ਸਿੱਖਿਆ ਦੇਣ ਲੱਗ ਪਏ। ਤਾਂ ਸਤਿਗੁਰੂ ਜੀ ਕਹਿਣ ਲੱਗੇ, ਸਿੰਘੋ, ਇਹ ਦੁਸ਼ਮਣ ਦੀ ਖੋਟੀ ਨੀਤ ਤੁਸੀਂ ਪਹਿਲਾਂ ਸਮਝਿਆ ਨਹੀਂ। ਮਹਾਰਾਜ ਜੀ ਕਹਿਣ ਲੱਗੇ, ਖਾਲਸਾ ਜੀ, ਕੁਝ ਸਮਾਂ ਰੁਕੋ, ਤੁਹਾਨੂੰ ਇਸ ਦੇਸ਼ ਦੇ ਤਖਤ ਦਾ ਰਾਜ ਦੇ ਦੇਵਾਂਗੇ। ਭਾਰਤ ਵਰਸ਼ ਦਾ ਰਾਜ ਤੁਹਾਡੇ ਚਰਨ ਕਦਮ ਪੋਸੀ ਕਰੇਗਾ। ਤਾਂ ਜਿਸ ਵੇਲੇ ਸੰਗਤ ਸਿੰਘਾਂ ਨੇ ਮਹਾਰਾਜ ਦੇ ਬਚਨ ਨਾ ਮੰਨਿਆ, ਵਿਚਾਰ ਹੋਏਗੀ, ਤਾਂ ਕੁਝ ਸਿੰਘ ਭਾਈ ਮਝਾਲ ਸਿੰਘ ਜੀ ਦਾ ਨਾਮ ਆਉਂਦਾ ਹੈ। ਇਹ ਮਾਝੇ ਦਾ ਸਿੰਘ ਸੀ। ਇਹਨੇ ਭਾਈ ਮਹਾਂ ਸਿੰਘ ਵਰਗੇ ਹੋਰ ਗੁਰੂ ਕੇ ਸਿੱਖਾਂ ਨੂੰ ਲੈ ਕਰਕੇ ਇੱਕ ਬੇਦਾਵਾ ਨਾਮ ਦੀ ਪੱਤਰਕਾ ਲਿਖੀ। ਬੇਦਾਵਾ ਭਾਵ ਕਿ ਸਤਿਗੁਰੂ ਤੁਹਾਡੇ 'ਤੇ ਅੱਜ ਤੋਂ ਸਾਡਾ ਕਿਸੇ ਪ੍ਰਕਾਰ ਕਰਕੇ ਦਾਵਾ ਨਹੀਂ। ਇਹਨਾਂ ਨੇ ਸ਼ੈਨ ਕਰਕੇ ਆਪਣੇ ਅੰਗੂਠੇ ਲਾ ਕੇ ਮਹਾਰਾਜ ਨੂੰ ਇੱਕ ਪੱਤਰਕਾ ਬਖਸ਼ ਦਿੱਤੀ ਕਿ ਮਹਾਰਾਜ, ਤੁਸੀਂ ਸਾਡੇ ਗੁਰੂ ਨਹੀਂ ਅਤੇ ਅਸੀਂ ਤੁਹਾਡੇ ਸਿੱਖ ਨਹੀਂ। ਸਰੋਹ ਵਿਚਾਰ ਸਿੰਘ ਜਿਸ ਵੇਲੇ ਮਹਾਰਾਜ ਨੇ ਬਦਾਵਾ ਲਿਖ ਕੇ ਆਏ, ਜਿਸ ਵੇਲੇ ਇਹ ਨਗਰ ਦੇ ਵਿੱਚ ਆਏ, ਤਾਂ ਉੱਥੇ ਮਾਤਾ ਭਾਗ ਕੌਰ ਜੀ ਹੋਰ ਇਹਨਾਂ ਸਿੰਘਾਂ ਦੇ ਘਰੋਂ ਜਿਹੜੀਆਂ ਸਿੰਘਣੀਆਂ, ਉਹਨਾਂ ਨੇ ਕਿਹਾ ਕਿ ਤੁਸੀਂ ਸਾਡੇ ਅੱਜ ਤੋਂ ਪਤੀ ਨਹੀਂ, ਤੁਸੀਂ ਉਸ ਸਮੇਂ ਨੂੰ ਯਾਦ ਕਰੋ ਜਿਹਦੇ ਸਤਿਗੁਰੂ ਤੁਹਾਨੂੰ ਚੰਗੇ ਘੋੜੇ, ਚੰਗੇ ਸ਼ਾਸਤਰ ਅਤੇ ਚੰਗੀ ਮਾਇਆ ਦਿੰਦੇ ਸੀ। ਤੁਸੀਂ ਨਗਰ ਵਿੱਚ ਆਉਂਦੇ ਸੀ, ਤੁਹਾਡਾ ਸਤਿਗੁਰਾਂ ਵਾਂਗੂ ਸਤਿਕਾਰ ਕਰਦਾ ਸਾਰਾ ਨਗਰ, ਕਿਉਂਕਿ ਮਹਾਰਾਜ ਦੇ ਵਚਨ ਨੇ, ਖਾਲਸਾ ਮੇਰੋ ਰੂਪ ਹੈ ਖਾਸ, ਖਾਲਸੇ ਮਾਹਿਓ ਕਰੋ ਨਿਵਾਸ। ਗੁਰੂ ਸਾਹਿਬ ਦੀ ਬਾਣੀ ਦੇ ਵਚਨ ਨੇ, ਗੁਰ ਸਿੱਖ, ਸਿੱਖ ਗੁਰੂ ਹੈ, ਗੁਰ ਏਕੋ ਉਪਦੇਸ਼ ਚਲਾਏ, ਕਿ ਗੁਰੂ ਅਤੇ ਸਿੱਖ ਦੇ ਵਿੱਚ ਕੋਈ ਅੰਤਰ ਨਹੀਂ। ਤਾਂ ਉਸ ਵੇਲੇ ਸਿੰਘ ਦੀ ਬੀਬੀਆਂ ਨੇ ਬਹੁਤ ਧਿਰਕਾਰ ਪਾਈ। ਇੱਥੋਂ ਤੱਕ ਭਾਈ ਸੰਤੋਖ ਸਿੰਘ ਜੀ ਵਚਨ ਲਿਖਦੇ ਨੇ ਕਿ ਬੀਬੀਆਂ ਨੇ ਕਿਹਾ ਕਿ ਤੁਸੀਂ ਜਿਹੜੇ ਮਰਦਾਂ ਵਾਲੀ ਪੋਸ਼ਾਕ ਹੈ ਇਹਨੂੰ ਉਤਾਰ ਦੇਵੋ ਅਤੇ ਇਸਤਰੀਆਂ ਵਾਲੀ ਬਾਣਾ ਪਾ ਲਵੋ, ਕਿਉਂਕਿ ਬੀਬੀਆਂ ਦਾ ਜਿਹੜਾ ਕਰਮ ਹੁੰਦਾ ਇਸ ਦੀ, ਉਹ ਦੇਸ਼ ਦੇ ਗ੍ਰੰਥ ਕਹਿੰਦੇ ਨੇ ਕਿ ਘਰ ਦੇ ਵਿੱਚ ਕਰਮ ਕਰਨੇ, ਘਰ ਦੇ ਕੰਮ ਕਰਨੇ, ਅਤੇ ਮਰਦਾਂ ਦਾ ਧਰਮ ਹੁੰਦਾ ਹੈ ਧਰਮ ਦੀ ਰੱਖਿਆ ਕਰਨੀ। ਭਾਵੇਂ ਗੁਰਮਤਿ ਇਸ ਗੱਲ ਨੂੰ ਸਵੀਕਾਰ ਨਹੀਂ ਕਰਦੀ। ਸਰੋਹ ਵਿਚਾਰ ਜਿਸ ਵੇਲੇ ਸਿੰਘ ਧਿਰਕਾਰਾਂ ਪਈਆਂ, ਤਾਂ ਉਸ ਵੇਲੇ ਮਾਤਾ ਭਾਗ ਕੌਰ ਜੀ ਭਾਈ ਮਹਾਂ ਸਿੰਘ, ਭਾਈ ਮਝੈਲ ਸਿੰਘ ਵਰਗੇ ਗੁਰਸਿੱਖਾਂ ਨੂੰ ਲੈ ਕੇ ਜੋ ਆਪਣੇ ਨੇੜੇ ਨਗਰ ਰਾਮੇ ਵਾਲਾ ਇੱਥੇ ਪੁੱਜੇ। ਇੱਥੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਵੀ ਵਿਰਾਜੇ ਸਨ। ਪਤਾ ਲੱਗਿਆ ਵਜ਼ੀਰ ਖਾਨ ਸਤਿਗੁਰਾਂ ਦਾ ਪਿੱਛਾ ਕਰਦਾ ਹੋਇਆ ਮਾਲਵੇ ਦੇ ਵਿੱਚ ਆ ਵੜਿਆ। ਸਿੰਘਾਂ ਨੇ ਦੱਸਿਆ ਸੱਚੇ ਪਾਤਸ਼ਾਹ ਦੁਸ਼ਮਣ ਆ ਰਿਹਾ ਹੈ। ਤਾਂ ਸਤਿਗੁਰੂ ਸੱਚੇ ਪਾਤਸ਼ਾਹ ਸਿੰਘ ਜਿੱਥੇ ਅੱਜ ਸ੍ਰੀ ਮੁਕਤਸਰ ਸਾਹਿਬ ਦਾ ਸਥਾਨ ਹੈ, ਇੱਥੇ ਜਾ ਵਿਰਾਜੇ। ਸੰਖੇਪ ਦੇ ਵਿੱਚ ਆਪਾਂ ਵਿਚਾਰ ਕਰੀਏ ਕਿ ਦੁਸ਼ਮਣ ਵੀ ਸਿੰਘ ਦੀ ਪਿੱਛੇ ਜਾ ਵੜਿਆ।
ਤਾਂ ਇੱਥੇ ਬਹੁਤ ਭਿਆਨਕ ਯੁੱਧ ਹੋਇਆ। ਹਜ਼ੂਰ ਸੱਚੇ ਪਾਤਸ਼ਾਹ ਜੀ ਨੇ ਜਿਵੇਂ ਸਾਵਣ ਦੇ ਮਹੀਨੇ ਮੀਂਹ ਵਰਸਦਾ ਹੁੰਦਾ ਹੈ, ਜੋ ਗੁਰਦੁਆਰਾ ਟਿੱਬੀ ਸਾਹਿਬ ਹੈ ਸ੍ਰੀ ਮੁਕਤਸਰ ਸਾਹਿਬ, ਉੱਥੇ ਮਹਾਰਾਜ ਸੱਚੇ ਪਾਤਸ਼ਾਹ ਨੇ ਇੰਨੇ ਤੀਰ ਵਰਸਾਏ। ਸ਼ਹੀਦ ਸਿੰਘਾਂ ਨੇ ਆ ਕੇ ਪਹਿਰੇ ਦਿੱਤੇ, ਸ਼ਹੀਦਾਂ ਨੇ ਆ ਕੇ ਜੰਗ ਕੀਤਾ। ਸਰੋਹ ਵਿਚਾਰ ਜਿਸ ਵੇਲੇ ਸਿੰਘ ਦੀ ਬਹੁਤ ਭਿਆਨਕ ਜੰਗ ਹੋਇਆ, ਤਾਂ ਜਿਸ ਵੇਲੇ ਇਹ ਬਦਾਵੀਏ ਸਿੱਖ ਸਨ, ਭਾਈ ਮਹਾਂ ਸਿੰਘ ਵਰਗੇ, ਇਹ ਵੀ ਇਹ ਜੰਗ ਦੇ ਵਿੱਚ ਇਹਨਾਂ ਨੇ ਆਪਣਾ ਯੋਗਦਾਨ ਪਾਇਆ। ਭਾਵ ਸਤਿਗੁਰਾਂ ਦੇ ਨਾਲ ਇਹਨਾਂ ਨੇ ਜਾ ਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਤੋਂ ਅੱਗੇ ਹੋ ਕਰਕੇ ਦੁਸ਼ਮਣ ਦੇ ਨਾਲ ਲੋਹਾ ਲੈਤਾ, ਸ਼ਹੀਦੀਆਂ ਪ੍ਰਾਪਤ ਕੀਤੀਆਂ। ਜਿਸ ਵੇਲੇ ਤਾਂ ਸਤਿਗੁਰੂ ਮਹਾਰਾਜ ਸੱਚੇ ਜਿਸ ਵੇਲੇ ਸਿੰਘ ਟਿੱਬੀ ਸਾਹਿਬ ਤੋਂ ਜੰਗ ਸਮਾਪਤ ਹੋਇਆ, ਆਏ ਮਹਾਰਾਜ ਜੀ ਉਤਰ ਕੇ ਵੇਖਿਆ, ਇਹ ਤਾਂ ਸਾਡੇ ਉਹ ਸਿੰਘ ਨੇ ਬਦਾਵੀਏ ਜਿਨ੍ਹਾਂ ਨੇ ਸਾਨੂੰ ਬਦਾਵਾ ਲਿਖਿਆ ਸੀ। ਤਾਂ ਮਹਾਰਾਜ ਜੀ ਸਿੰਘ ਦੀ ਬਰਾਗ ਦੇ ਵਿੱਚ ਆਗ ਪਏ, ਕਿਉਂਕਿ ਮਹਾਰਾਜ ਦੇ ਬਚਨ ਲੱਖ ਅਪਰਾਧ ਕਰੇ ਪ੍ਰਭ ਬਾਲਕ, ਬਹੁੜ ਪਿਤਾ ਗਲ ਲਾਵੈ, ਪਿਛਲੇ ਔਗਣ ਬਖਸ਼ ਲੈ ਪ੍ਰਭ ਆਗੇ ਮਾਰਗ ਪਾਵੇ। ਕਿ ਭਾਵੇਂ ਬੱਚਾ ਸਿੰਘ ਦੀ ਕਿੰਨੇ ਵੀ ਅਪਰਾਧ ਕਰੇ, ਪਰ ਪਿਤਾ ਉਹਦੇ ਮਾਤਾ ਪਿਤਾ ਉਹਦੇ ਔਗਣ ਨਹੀਂ ਚੁਤਾਰਦੇ। ਬੱਚਾ ਜਾਣ ਕੇ ਮੋਹ ਵਿੱਚ ਆ ਕੇ ਉਹਨੂੰ ਬਖਸ਼ ਦਿੰਦੇ ਨੇ। ਇਸੇ ਤਰ੍ਹਾਂ ਸਤਿਗੁਰੂ ਜੀ ਕਹਿੰਦੇ ਹਰ ਜੀ ਮਾਤਾ ਹਰ ਜੀ ਪਿਤਾ ਹਮ ਹਰ ਕੇ ਵਾਰਕ, ਹਰ ਕਿ ਸਤਿਗੁਰੂ ਅਸੀਂ ਤੁਹਾਡੇ ਵਾਰਕ। ਚਾਹੋ ਭਾਈ ਗੁਰਦਾਸ ਜੀ ਉਦਾਹਰਨ ਦਿੰਦੇ ਨੇ ਸੰਗ, ਜਿਵੇਂ ਕਿ ਜਿਹੜੀ ਲੱਕੜ ਹੁੰਦੀ ਹੈ, ਭਾਈ ਗੁਰਦਾਸ ਜੀ ਕਹਿੰਦੇ ਕਿ ਜਿਵੇਂ ਦਰਿਆ ਵਗਦਾ ਹੋਵੇ, ਨੱਕੋ ਨੱਕ ਭਰਿਆ ਹੋਵੇ, ਤੁਸੀਂ ਵੇਖੋ ਦਰਿਆ ਦੇ ਵਿੱਚ ਕਿਸੇ ਪੱਥਰ ਨੂੰ ਸੁੱਟ ਦੇਵੋ, ਦਰਿਆ ਉਹ ਪੱਥਰ ਨੂੰ ਵੀ ਡੋਬ ਦੇਵੇਗਾ। ਦਰਿਆ ਦੇ ਵਿੱਚ ਸੰਗ ਦੀ ਲੋਹਾ ਸੁੱਟ ਦੇਵੋ, ਉਹ ਦਰਿਆ ਉਸ ਲੋਹੇ ਨੂੰ ਵੀ ਡੋਬ ਦੇਵੇਗਾ। ਕਦੇ ਲੱਕੜ ਸੁੱਟ ਕੇ ਦੇਖੋ, ਭਾਵੇਂ ਕਿੰਨੀ ਵੀ ਭਾਰੀ ਹੋਵੇ, ਪਾਣੀ ਦੇ ਵਿੱਚ ਲੱਕੜ ਨਹੀਂ ਡੁੱਬਦੀ। ਇਸੇ ਤਰ੍ਹਾਂ ਭਾਈ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੇ ਸਿੱਖ ਸਨ। ਮਹਾਰਾਜ ਨੇ ਉਹਨਾਂ ਸਿੱਖਾਂ ਨੂੰ ਤਾਰਿਆ। ਮਹਾਰਾਜ ਨੇ ਗੋਦ ਦੇ ਵਿੱਚ ਲੈਤਾ ਭਾਈ ਮਹਾਂ ਸਿੰਘ ਨੂੰ। ਸੱਚੇ ਪਾਤਸ਼ਾਹ ਜੀ ਕਹਿਣ ਲੱਗੇ, ਮਹਾਂ ਸਿੰਘਾ ਤੂੰ ਤੇ ਸਾਨੂੰ ਬਦਾਵਾ ਲਿਖ ਕੇ ਦੇ ਆਇਆ ਸੀ। ਸੱਚੇ ਪਾਤਸ਼ਾਹ ਜੀ ਚਰਨਾਂ 'ਤੇ ਢਹਿ ਪਿਆ। ਮਹਾਰਾਜ ਸਤਿਗੁਰੂ ਆਪ ਦੇ ਇਹਨਾਂ ਨੇਤਰਾਂ ਦੇ ਨਾਲ ਦਰਸ਼ਨ ਕੀਤੇ। ਸਮਾਂ ਸੀ ਸੱਚੇ ਪਾਤਸ਼ਾਹ ਜੀ ਆਪ ਨੇ ਆਪਣੇ ਸਾਹਿਬਜ਼ਾਦਿਆਂ ਦਾ ਖੂਨ ਪਾ ਕੇ ਸਾਨੂੰ ਸਿੰਜਿਆ। ਮਹਾਰਾਜ ਆਪ ਜੀ ਦੀ ਗੁਰਬਾਣੀ ਪੜ੍ਹੀ ਹੈ, ਮਹਾਰਾਜ ਆਪ ਤੋਂ ਬਿਨਾਂ ਰਹਿ ਨਹੀਂ ਸਕਦੇ। ਤਾਂ ਉਸ ਵੇਲੇ ਸੱਚੇ ਪਾਤਸ਼ਾਹ ਨੇ ਸੰਗਤ ਜੀ ਆਪਣੇ ਰੁਮਾਲ ਦੇ ਨਾਲ, ਆਪਣੇ ਹਜ਼ੂਰੀਏ ਦੇ ਨਾਲ ਭਾਈ ਮਹਾਂ ਸਿੰਘ ਦਾ ਮੁਖ ਸਾਫ਼ ਕੀਤਾ। ਜਿਹੜੇ ਸਿੰਘ ਸ਼ਹੀਦ ਸਨ ਉਹਨਾਂ ਨੂੰ ਮਹਾਰਾਜ ਸੱਚੇ ਪਾਤਸ਼ਾਹ ਨੇ ਸੰਗਤ ਜੀ ਖਿਤਾਬ ਬਖਸ਼ੇ। ਕਿਸੇ ਨੂੰ 5000 ਕਿਸੇ ਨੂੰ 10,000 ਇਤਿਆਦਿਕ ਜਿਹੋ ਜਿਹਾ ਕਿਸੇ ਨੇ ਯੋਗਦਾਨ ਪਾਇਆ, ਸਭ ਨੂੰ ਮਹਾਰਾਜ ਨੇ ਖਿਤਾਬ ਬਖਸ਼ੇ। ਤਾਂ ਜਿਸ ਵੇਲੇ ਭਾਈ ਮਹਾਂ ਸਿੰਘ ਸਹਿਕਦੇ ਸਨ, ਮਹਾਰਾਜ ਜੀ ਕਹਿਣ ਲੱਗੇ, ਮਹਾਂ ਸਿੰਘਾ ਕੁਝ ਮੰਗ ਲੈ, ਬ੍ਰਹਮਪੁਰੀ ਸ਼ਿਵਪੁਰੀ ਇੰਦਰਪੁਰੀ ਦਾ ਰਾਜ ਦੇ ਦਈਏ। ਕਹਿਣ ਲੱਗਿਆ ਮਹਾਰਾਜ ਸੱਚੇ ਪਾਤਸ਼ਾਹ ਰਾਜ ਨਾ ਚਾਹੂੰ ਮੁਕਤ ਨਾ ਚਾਹੂੰ, ਮਨ ਪ੍ਰੀਤ ਚਰਨ ਕਮਲਾਰੇ। ਕਿ ਸਤਿਗੁਰੂ ਆਪ ਦੇ ਚਰਨ ਕਮਲਾਂ ਦੀ ਪ੍ਰੀਤ ਚਾਹੀਦੀ ਹੈ। ਤਾਂ ਸਤਿਗੁਰੂ ਸਾਹਿਬ ਜੀ ਕਹਿਣ ਲੱਗੇ, ਮਹਾਂ ਸਿੰਘਾ ਤੂੰ ਮੁਕਤ ਹੈ, ਜਾ ਜਾ ਕੇ ਸੱਚਖੰਡ ਦੇ ਵਿੱਚ ਵਾਸ ਕਰ। ਜਿਸ ਵੇਲੇ ਸੰਗਤ ਜੀ ਆਪਣੇ ਸਰੀਰ ਨੂੰ ਤਿਆਗ ਕੇ ਭਾਈ ਮਹਾਂ ਸਿੰਘ ਜੀ ਸੱਚਖੰਡ ਵਿੱਚ ਜਾਣ ਲੱਗਿਆ, ਸੱਚਖੰਡ ਦੇ ਬੂਹੇ 'ਤੇ ਗਿਆ ਤਾਂ ਸੱਚਖੰਡ ਦੇ ਬੂਹੇ ਬੰਦ। ਭਾਈ ਮਹਾਂ ਸਿੰਘ ਜੀ ਦੁਬਾਰਾ ਫਿਰ ਸਰੀਰ ਵਿੱਚ ਆਏ, ਆ ਕੇ ਬੇਨਤੀ ਕੀਤੀ, ਮਹਾਰਾਜ ਸੱਚਖੰਡ ਦੇ ਬੂਹੇ ਬੰਦ ਨੇ। ਸਤਿਗੁਰੂ ਜੀ ਕਹਿਣ ਲੱਗੇ, ਕਿਉਂ ਬੰਦ ਨੇ? ਕਿ ਮਹਾਰਾਜ ਨੂੰ ਭਾਈ ਮਹਾਂ ਸਿੰਘ ਕਹਿਣ ਲੱਗਿਆ, ਸੱਚੇ ਪਾਤਸ਼ਾਹ ਉੱਥੇ ਕੋਈ ਪੱਤਰਕਾ ਲਿਖੀ ਹੈ, ਚਿੱਠੀ ਲਿਖੀ ਹੈ, ਜਿਹੜਾ ਅਸੀਂ ਤੁਹਾਨੂੰ ਬਦਾਵਾ ਲਿਖ ਕੇ ਆਏ ਹਾਂ, ਕਿਰਪਾ ਕਰੋ। ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਹਾਥ ਜੋੜ ਕਰ ਹੁਣ ਐਸੇ ਭਾਖਾ, ਗੁਰ ਟੁੱਟੀ ਗੰਢ ਲੇਵੋ ਸਾਖਾ। ਸਾਖਾ ਨਾਮ ਟਾਣੀ ਦਾ ਹੈ ਕਿ ਮਹਾਰਾਜ ਸੱਚੇ ਪਾਤਸ਼ਾਹ ਸਾਡੀ ਟੁੱਟੀ ਗੰਢਨਹਾਰ ਗੋਪਾਲ। ਹੇ ਗੁਰੂ ਸਾਹਿਬ ਜੀ ਕਿਰਪਾ ਕਰੋ। ਤਾਂ ਉਸ ਵੇਲੇ ਸੰਗਤ ਜੀ ਮਹਾਂ ਸਿੰਘ ਦਾ ਬਚਨਾਂ ਨੂੰ ਸੁਣ ਕੇ ਸੱਚੇ ਪਾਤਸ਼ਾਹ ਜੀ ਨੇ ਬਦਾਵਾ ਪਾੜਿਆ ਅਤੇ ਭਾਈ ਮਹਾਂ ਸਿੰਘ ਜੀ ਆਪਣੇ ਸਰੀਰ ਨੂੰ ਇਉਂ ਤਾਕ ਕੇ ਜਿਵੇਂ ਸੱਪ ਕੁੰਜ ਨੂੰ ਲਾਹ ਦਿੰਦਾ, ਜਾ ਕੇ ਸੱਚਖੰਡ ਵਿੱਚ ਬਿਰਾਜ ਪਏ। ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਸ੍ਰੀ ਗੁਰਪ੍ਰਤਾਪ ਸੂਰਜ ਗ੍ਰੰਥ ਵਿੱਚ ਜ਼ਿਕਰ ਕਰਦੇ ਨੇ, ਮਹਾਰਾਜ ਨੇ ਉਹਨਾਂ ਗੁਰਸਿੱਖਾਂ ਦੀ ਵਡਿਆਈ ਕੀਤੀ ਹੈ ਕਿ ਭਾਵੇਂ ਸੰਗਤ ਸਤਿਗੁਰੂ ਤੋਂ ਮਹਾਰਾਜ ਗੁਰਸਿੱਖਾਂ ਬੇਮੁਖ ਹੋ ਗਏ ਸਨ, ਪਰ ਫਿਰ ਵੀ ਸਤਿਗੁਰੂ ਸੱਚੇ ਪਾਤਸ਼ਾਹ ਨੇ ਕਿੰਨਾ ਪਿਆਰ ਬਖਸ਼ਿਆ। ਭਾਈ ਸਾਹਿਬ ਜੀ ਭਾਈ ਸੰਤੋਖ ਸਿੰਘ ਜੀ ਕਹਿਣ ਲੱਗੇ ਕਿ ਆਪਣੀਆਂ ਬਿਰਤੀਆਂ ਸੰਗਤ ਸ੍ਰੀ ਚਮਕੌਰ ਸਾਹਿਬ ਦੇ ਜੰਗ ਵਿੱਚ ਲੈ ਕੇ ਜਾਓ। ਉੱਥੇ ਸਤਿਗੁਰੂ ਸਾਹਿਬ ਮਹਾਰਾਜ ਦੇ ਦੋਨੇ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ ਸਾਹਿਬ ਅਤੇ ਬਾਬਾ ਜੁਝਾਰ ਸਿੰਘ ਸਾਹਿਬ ਜੀ ਸੰਗਤ ਜਿਸ ਵੇਲੇ ਸ਼ਹੀਦ ਹੋਏ ਪਏ ਨੇ,
ਸਤਿਗੁਰੂ ਮਹਾਰਾਜ ਨੇ ਕਿਲ੍ਹਾ ਛੱਡਿਆ ਸੀ ਤਾਂ ਭਾਈ ਦਇਆ ਸਿੰਘ ਨੇ ਕਿਹਾ ਸੀ, ਸੱਚੇ ਪਾਤਸ਼ਾਹ ਜੀ, ਕਿ ਸੰਸਾਰ ਦੇ ਵਿੱਚ ਬਹੁਤ ਧਨਾੜ ਅਤੇ ਅਮੀਰ ਲੋਕ ਵੱਸਦੇ ਨੇ। ਗੁਰੂ ਸਾਹਿਬ ਜੀ ਕਹਿਣ ਲੱਗੇ ਕਿ ਇਹ ਭਾਈ ਦਇਆ ਸਿੰਘ ਠੀਕ ਹੈ, ਕਿਸੇ ਦੇ ਕਰਮ ਹੁੰਦੇ ਨੇ, ਕਰਮ ਅਨੁਸਾਰ ਸੁੱਖ ਜੀ ਭੋਗਦਾ ਹੈ। ਤਾਂ ਭਾਈ ਦਇਆ ਸਿੰਘ ਕਹਿਣ ਲੱਗਿਆ, ਸੱਚੇ ਪਾਤਸ਼ਾਹ, ਤੇ ਗਰੀਬ ਤੋਂ ਗਰੀਬ ਵੀ ਸੰਸਾਰ ਵਿੱਚ ਵੱਸਦੇ ਨੇ, ਲੋਕ ਵੇਖੇ ਨੇ, ਪਰ ਅੱਜ ਤੱਕ ਇਹ ਨਹੀਂ ਸੁਣਿਆ ਸੱਚੇ ਪਾਤਸ਼ਾਹ ਕਿ ਕਿਸੇ ਦੇ ਵੀ ਬੱਚੇ, ਕਿਸੇ ਦਾ ਵੀ ਪਰਿਵਾਰ ਦਾ ਜੀ ਕੋਈ ਕਫਨ ਤੋਂ ਬਿਨਾਂ ਗਿਆ ਹੋਵੇ। ਸਤਿਗੁਰੂ ਮਹਾਰਾਜ ਆਪ ਜੀ ਦੇ ਸਰੀਰ 'ਤੇ ਇੰਨੇ ਸੁੰਦਰ ਵਸਤਰ ਦੁਸ਼ਾਲੇ ਪਹਿਨੇ ਆ। ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਅਤੇ ਬਾਬਾ ਜੁਝਾਰ ਸਿੰਘ ਜੀ ਦੀ ਲਾਸ਼ 'ਤੇ ਕੁਝ ਕਫਨ 'ਤੇ ਪਾ ਦਿਓ। ਤਾਂ ਉਸ ਵੇਲੇ ਸੰਗਤ ਜੀ ਮਹਾਰਾਜ ਨੇ ਕਫਨ ਤੋਂ ਇਨਕਾਰ ਕੀਤਾ। ਪਰ ਇੱਧਰ ਜਿਹੜੇ ਗੁਰੂ ਕੇ ਸਿੱਖ ਜਿਹਨੂੰ ਸਤਿਗੁਰੂ ਮਹਾਰਾਜ ਜੀ 24 ਸਾਹਿਬ ਜ਼ਿਕਰ ਕਰਦੇ ਨੇ ਕਿ ਸੁਖੀ ਵਸੈ ਮੋਰੋ ਪਰਿਵਾਰਾ, ਸੇਵਕ ਸਿੱਖ ਸਭੈ ਕਰਤਾਰਾ। ਸਤਿਗੁਰੂ ਮਹਾਰਾਜ ਦੇ ਬਚਨ ਆਉਂਦੇ ਨੇ ਇਤਿਹਾਸ ਵਿੱਚ ਕਿ ਮੈਂ ਪੰਥ ਵਸੇ ਮੈਂ ਉਜੜਾ ਮਨ ਚਾਓ ਕਨੇਰਾ। ਗੁਰੂ ਗੋਬਿੰਦ ਸਿੰਘ ਸਾਹਿਬ ਦੇ ਬਚਨ ਨੇ ਕਿ ਮਹਾਰਾਜ ਅਕਾਲ ਪੁਰਖ ਮੈਂ ਉਜੜ ਜਾਵਾਂ ਪਰ ਮੇਰਾ ਪੰਥ ਸੁਖੀ ਵਸੇ। ਵੇਖੋ ਸੰਗਤ, ਸਤਿਗੁਰੂ ਮਹਾਰਾਜ ਗੁਰਸਿੱਖਾਂ ਨਾਲ ਪ੍ਰੀਤ ਕਿੰਨੀ ਕਰਦੇ ਆ। ਸੱਚੇ ਪਾਤਸ਼ਾਹ ਜੀ ਨੇ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਕਹਿੰਦੇ ਉਹ ਬਦਾਵੀਏ ਗੁਰਸਿੱਖਾਂ ਦਾ ਸੰਸਕਾਰ ਆਪ ਕੀਤਾ। ਆਪ ਮਹਾਰਾਜ ਨੇ ਉਹਨਾਂ ਦੇ ਸਰੀਰ 'ਤੇ ਬਸਤਰ ਪਹਿਨੇ, ਆਪ ਉਹਨਾਂ ਨੂੰ ਇਸ਼ਨਾਨ ਕਰਵਾਇਆ। ਭਾਈ ਸਾਹਿਬ ਜੀ ਨੇ ਪ੍ਰੇਮ ਦੇ ਵਿੱਚ ਆ ਕੇ ਸਤਰਾਂ ਲਿਖੀਆਂ। ਭਾਈ ਸਾਹਿਬ ਜੀ ਕਹਿਣ ਲੱਗੇ, ਧੰਨ ਧੰਨ ਬਹਾਦਰ ਸਿੱਖ ਜਾਰਿਓ ਜਿਨ ਕੋ ਖੁਦ ਗੁਰ ਸਾਦਰ। ਕਿ ਸਿੱਖ ਭਾਈ ਧੰਨ ਨੇ ਜਿਨ੍ਹਾਂ ਨੂੰ ਖੁਦ ਗੁਰੂ ਸਾਹਿਬ ਨੇ ਆਪ ਸੰਸਕਾਰ ਕੀਤਾ। ਖਦਰਾਣੇ ਕੋ ਮੁਕਤਸਰ ਕੀਨਾ। ਸੱਚੇ ਪਾਤਸ਼ਾਹ ਜੀ ਕਹਿਣ ਲੱਗੇ, ਉਹ ਗੁਰਸਿੱਖ ਕਹਿੰਦਾ ਕਿ ਖਦਰਾਣੇ ਦੀ ਢਾਬ ਸੀ ਸੰਗਤ ਜੀ ਪਹਿਲਾਂ ਇੱਥੇ। ਖੁਦਰਾਣਾ ਅਤੇ ਬਰਾਣਾ ਦੋ ਭਰਾ ਸਨ, ਇਹ ਉਹਨਾਂ ਦੇ ਅਧੀਨ ਇਹ ਦੋਨੇ ਢਾਬਾਂ ਸਨ। ਤਾਂ ਸਤਿਗੁਰੂ ਮਹਾਰਾਜ ਜੀ ਦੀ ਵਡਿਆਈ ਕਰਦੇ ਲਿਖਦੇ ਨੇ ਕਿ ਖਦਰਾਣੇ ਕੋ ਮੁਕਤਸਰ ਕੀਨਾ, ਵਰ ਦਿੱਤਾ ਜੋ ਇਸ ਸਰ ਨਾਵੇ, ਚਾਰ ਪਦਾਰਥ ਤਤਸ਼ਨ ਪਾਵੇ। ਮਹਾਰਾਜ ਨੇ ਸੰਗਤ ਜੀ ਉਹਨਾਂ ਗੁਰਸਿੱਖਾਂ ਦੀ ਵਡਿਆਈ ਕਥਨ ਕੀਤੀ ਕਿ ਭਾਈ ਜਿਹੜਾ ਇਹ ਸਰ ਟੋਭੇ ਦੇ ਵਿੱਚ ਸਰੋਵਰ ਦੇ ਵਿੱਚ ਇਸ਼ਨਾਨ ਕਰੇਗਾ ਉਹਨੂੰ ਧਰਮ ਅਰਥ ਤੇ ਕਾਮ ਮੋਕਸ਼ ਸੰਗਤ ਜੀ ਪ੍ਰਾਪਤ ਹੋਣਗੇ। ਸ੍ਰੀਮਾਨ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਜੀ ਭਿੰਡਰਾਂ ਵਾਲੇ ਜਿਸ ਵੇਲੇ ਸੰਗਤ ਜੀ ਇਸ ਸ੍ਰੀ ਮੁਕਤਸਰ ਸਾਹਿਬ ਦੀ ਧਰਤੀ 'ਤੇ ਪਹੁੰਚਦੇ ਸਨ, ਇੱਥੇ ਮਹਾਂਪੁਰਸ਼ਾਂ ਨੇ ਇੱਕ ਓਅੰਕਾਰ ਦੇ ਅਰਥ 12 ਦਿਨ ਕੀਤੇ। ਇਹ ਵੀ ਇਤਿਹਾਸ ਦੇ ਵਿੱਚ ਲਿਖਿਆ ਮਿਲਦਾ ਹੈ ਕਿ ਜਿਸ ਵੇਲੇ ਮਹਾਂਪੁਰਸ਼ ਇੱਥੇ ਪਹੁੰਚਦੇ ਸਾਰੇ ਗੁਰਸਿੱਖਾਂ ਨੂੰ ਮਹਾਂਪੁਰਸ਼ ਹਦਾਇ ਦੇ ਦਿੰਦੇ ਸਨ। ਭਾਈ ਦਇਆ ਸਿੰਘ ਜੀ, ਭਾਈ ਮਹਾਂ ਸਿੰਘ, ਹੋਰ ਮਾਤਾ ਭਾਗ ਕੌਰ ਵਰਗੇ ਇੱਥੇ ਅੱਜ ਵੀ ਉਹ ਸ਼ਹੀਦ ਸਿੰਘ ਵਰਤਦੇ ਨੇ। ਇੱਥੇ ਬੜੀ ਸੁਚਤਾ ਅਤੇ ਪਵਿੱਤਰਤਾ ਦੇ ਨਾਲ ਰਹਿਣਾ, ਇੱਥੇ ਬੜੀ ਗੁਰਬਾਣੀ ਦਾ ਅਭਿਆਸ ਕਰਨਾ, ਭਾਵ ਕਿ ਸੰਗਤ ਜੀ ਇਹਨਾਂ ਇਹ ਸਥਾਨ ਇਤਿਹਾਸ ਦੇ ਵਿੱਚ ਮਹੱਤਵ ਰੱਖਦਾ ਹੈ। ਸੋ ਆਪਣੇ ਤੇ ਨੇੜੇ ਹੈ। ਮਹਾਂਪੁਰਸ਼ਾਂ ਦੇ ਬਚਨ ਨੇ ਕਿ ਜਿਹੜਾ ਇਸ ਅਸਥਾਨ 'ਤੇ ਭਾਈ ਇਸ਼ਨਾਨ ਕਰੇਗਾ, ਗੁਰੂ ਸਾਹਿਬ ਦੇ ਬਚਨ ਨੇ ਕਿ ਉਹਨੂੰ ਚਾਰੇ ਪਦਾਰਥ ਸੰਗਤ ਜੀ ਪ੍ਰਾਪਤ ਹੋਣਗੇ।